ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਵਾਗਤ ਹੈ ਜੀ ਸਾਰਿਆਂ ਦਾ। ਸੋ ਕੈਨੇਡਾ ਦੇ ਪ੍ਰੋਸਪੈਕਟਿਵ ਨਾਲ ਅੱਜ ਇੱਕ ਬਹੁਤ ਇੰਪੋਰਟੈਂਟ ਟੌਪਿਕ ਦੀ ਗੱਲ ਕਰਾਂਗੇ, ਫੰਡਸ ਨੂੰ ਲੈ ਕੇ। ਜਦੋਂ ਫੰਡਸ ਦੀ ਗੱਲ ਹੁੰਦੀ ਹੈ ਕੈਨੇਡਾ ਨੂੰ ਲੈ ਕੇ ਤਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਮੈਚ ਨਹੀਂ ਕਰਦੀਆਂ। ਜੇ YouTube ਤੇ ਵੀ ਬਹੁਤ ਸਾਰੇ ਵੀਡੀਓਜ਼ ਤੁਸੀਂ ਦੇਖੋਗੇ, ਕੈਨੇਡਾ 'ਚ ਫੰਡ ਸ਼ੋ ਕਰਨੇ ਚਾਹੀਦੇ ਆ, SDS ਕੇਸਿਸ 'ਚ ਖਾਸ ਕਰਕੇ ਕਰਨੇ ਚਾਹੀਦੇ, ਨਹੀਂ ਕਰਨੇ ਚਾਹੀਦੇ। ਤੇ ਫੰਡ ਸ਼ੋ ਕਰਨ ਲੱਗੇ ਵੀ ਕਈ ਤਰੀਕੇ ਦੀਆਂ ਗਲਤੀਆਂ ਹੋ ਜਾਂਦੀਆਂ ਨੇ। ਉਹ ਕੀ ਨੇ ਜਿਨ੍ਹਾਂ ਨੂੰ ਅਵੋਇਡ ਕਰਨਾ ਚਾਹੀਦਾ, ਫਾਇਦਾ ਹੁੰਦਾ ਕਿਸ ਸਟੇਟ 'ਚ ਫਾਇਦਾ ਹੁੰਦਾ ਫੰਡ ਸ਼ੋ ਕਰਨ ਦਾ, ਇਹ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਇਹ ਸਵਾਲ ਹੈ ਕਿ SDS ਨੂੰ ਸ਼ੋ ਕਰਨੇ ਚਾਹੀਦੇ ਫੰਡਸ ਜਾਂ ਨੌਨ SDS? ਦੇਖੋ ਦੀਪਕ ਜੀ, ਅਗਰ ਅਸੀਂ SDS ਦੀ ਗੱਲ ਕਰੀਏ ਤਾਂ ਫਾਈਨੈਂਸ਼ੀਅਲਸ ਜਿਹੜੇ ਨੇ ਇਹ ਮੈਂਡੇਟ ਪਾਰਟ ਨਹੀਂ ਹੈ। ਬਟ SDS ਜਦੋਂ ਪ੍ਰੋਵੀਜ਼ਨ ਸਟਾਰਟ ਕੀਤਾ ਗਿਆ ਤਾਂ ਪ੍ਰੀ ਕੋਵਿਡ ਸੀਗਾ, ਮਤਲਬ ਕੋਵਿਡ ਤੋਂ 2-3 ਸਾਲ ਪਹਿਲਾਂ ਇਹ ਪ੍ਰੋਗਰਾਮ ਜਿਹੜਾ ਉਹ ਇਨੀਸ਼ੀਅਲਾਈਜ਼ ਹੋਇਆ ਸੀ, ਇੰਪਲੀਮੈਂਟ ਹੋਇਆ ਸੀਗਾ। ਸੋ ਅਗਰ ਅਸੀਂ ਪ੍ਰੈਜ਼ੈਂਟ ਸਿਚੁਏਸ਼ਨ ਨੂੰ ਦੇਖੀਏ, ਜੋ ਕੋਵਿਡ ਤੋਂ ਬਾਅਦ ਰੈਗੂਲੇਸ਼ਨਸ ਥੋੜ੍ਹੀਆਂ ਜਿਹੀਆਂ ਚੇਂਜ ਹੋਈਆਂ, ਉਹਦੇ ਵਿੱਚ ਕੀ ਆਇਆ ਹੈ ਕਿ ਸਮਹਾਓ ਅਗਰ ਕੋਈ ਵੀ ਇੱਦਾਂ ਦੇ ਅਨਅਵੋਇਡੇਬਲ ਸਰਕਮਸਟਾਂਸਿਸ ਬਣਦੇ ਨੇ ਜਿਸ 'ਚ ਲੋਕਡਾਊਨਸ ਦੇਖੇ, ਪ੍ਰੋਫੈਸ਼ਨਲ ਸਿਸਟਮ ਸਾਰਾ ਬੰਦ ਹੋ ਗਿਆ, ਕੰਮਕਾਰ ਬੰਦ ਹੋ ਗਏ। ਸੋ ਫਾਈਨੈਂਸ਼ੀਅਲਸ ਨੂੰ ਪ੍ਰੋਡਿਊਸ ਕਰਨਾ ਐਟ ਪ੍ਰੈਜ਼ੈਂਟ SDS ਔਰ ਨੌਨ SDS ਦੋਨਾਂ ਦੇ ਲਈ ਬੈਨੀਫੀਸ਼ੀਅਲ ਹੈ। ਸੋ ਦੈਟ ਤੁਸੀਂ IRCC ਨੂੰ, ਐਮਬੈਸੀ ਨੂੰ ਇਸ ਚੀਜ਼ ਦੀ ਕਮਿਟਮੈਂਟ ਦੇ ਰਹੇ ਹੋ, ਇਸ ਚੀਜ਼ ਦੀ ਯੂ ਕੈਨ ਸੇ ਰਿਸਪੌਂਸਿਬਿਲਿਟੀ ਹੈ ਤੁਹਾਡੀ ਫੈਮਿਲੀ ਦੀ ਕਿ ਸਟੂਡੈਂਟ ਜਿਹੜਾ ਉਹ ਕੈਨੇਡਾ 'ਚ ਰਹਿੰਦੇ ਹੋਏ ਕਿਸੇ ਤਰ੍ਹਾਂ ਦੇ ਵੀ ਉਹਦੇ ਕੋਈ ਸਰਕਮਸਟਾਂਸਿਸ ਬਣਦੇ ਨੇ। ਸੋ ਦ ਸਟੂਡੈਂਟ ਇਜ਼ ਪੋਜੈਸਿੰਗ ਦੀਜ਼ ਮਚ ਆਫ ਸਫੀਸ਼ੀਐਂਟ ਫੰਡਸ ਕਿ ਉਹ ਆਪਣੀਆਂ ਲਿਵਿੰਗਸ ਨੂੰ, ਨੈਕਸਟ ਈਅਰ ਦੀਆਂ ਫੀ ਨੂੰ ਜਿਹੜਾ ਉਹ ਈਜ਼ੀਲੀ ਜਿਹੜਾ ਅਵੇਲ ਕਰ ਸਕਦਾ ਹੈ, ਉਹਦੇ ਵਿੱਚੋਂ ਉਹਨਾਂ ਨੂੰ ਕੰਪਨਸੇਟ ਕਰ ਸਕਦਾ ਹੈ। ਸੋ ਪ੍ਰੈਜ਼ੈਂਟਲੀ ਗੱਲ ਕਰੀਏ, ਚਾਹੇ ਐਪਲੀਕੇਸ਼ਨ ਤੁਸੀਂ SDS ਲਾ ਰਹੇ ਹੋ, ਚਾਹੇ ਨੌਨ SDS ਲਾ ਰਹੇ ਹੋ, ਤਾਂ ਫਾਈਨੈਂਸ਼ੀਅਲ ਜਿਹੜਾ ਉਹਦਾ ਪਾਰਟ ਹੈ। ਹੁਣ ਗੱਲ ਆਉਂਦੀ ਹੈ ਕਿ ਫਾਈਨੈਂਸ਼ੀਅਲਸ ਦੀਪਕ ਜੀ ਹੋਣੇ ਕਿੰਨੇ ਚਾਹੀਦੇ ਆ। ਇੱਥੇ ਬਹੁਤ ਕਈ ਕਨਫਿਊਜ਼ਨਸ ਨੇ। ਕਈ ਵਾਰ ਸਟੂਡੈਂਟ ਫਾਈਨੈਂਸ਼ੀਅਲਸ ਲਾਉਣ ਲੱਗਿਆ ਸਿਰਫ ਔਰ ਸਿਰਫ ਆਪਣੇ ਇਨਕਮ ਟੈਕਸ ਰਿਟਰਨਸ ਲਾ ਦਿੰਦੇ ਨੇ। 2 ਸਾਲ ਦਾ ਪ੍ਰੋਗਰਾਮ ਹੈ ਅਤੇ ਸੈਕਿੰਡ ਈਅਰ ਦੀ ਫੀਸ ਨਹੀਂ ਲਾਉਂਦੇ। ਹਾਂ, 1 ਸਾਲ ਦਾ ਪ੍ਰੋਗਰਾਮ ਹੈ, ਤੁਸੀਂ 1 ਸਾਲ ਦੀ ਫੀਸ ਦੇਤੀ ਹੈ, ਰਿਟਰਨਸ ਤੁਸੀਂ ਇਨਕਮ ਸੋਰਸਿਸ ਲਾ ਸਕਦੇ ਹੋ, ਦੈਟ ਇਜ਼ ਸਫੀਸ਼ੀਐਂਟ। ਬਟ ਅਗਰ ਤੁਹਾਡਾ 2 ਸਾਲ ਦਾ ਪ੍ਰੋਗਰਾਮ ਹੈ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਉਹਦੇ ਵਿੱਚ ਰਿਟਰਨਸ ਦੇਣੀਆਂ, ਇਨਕਮ ਸੋਰਸਿਸ ਪ੍ਰੋਵਾਈਡ ਕਰਦੇ ਟੂ ਬੀਅਰ ਦਾ ਲਿਵਿੰਗ ਕਾਸਟ ਐਂਡ ਰਿਮੇਨਿੰਗ ਜਿਹੜੀ ਟਿਊਸ਼ਨ ਫੀ ਹੈ, ਚਾਹੇ ਉਹ ਸਾਲ ਦੀ ਹੈ, 1.5 ਦੀ ਹੈ, 6 ਮਹੀਨੇ ਦੀ ਹੈ, ਵਾਟਐਵਰ, ਤਾਂ ਉਹ ਵੀ ਤੁਹਾਡੇ ਕੋਲ ਇਨ ਦਾ ਫਾਰਮ ਆਫ ਫਾਈਨੈਂਸ਼ੀਅਲ ਫੰਡਸ ਜਿਹੜੇ ਉਹ ਅਵੇਲੇਬਲ ਹੈ। ਤਾਂ ਦੈਟ ਮੀਨਸ ਯੂ ਆਰ ਐਟ ਅ ਕਲੀਅਰ ਸਟੇਜ ਦੈਟ ਯੂ ਕੈਨ ਈਜ਼ੀਲੀ ਅਵੇਲ ਦੀਜ਼ ਕਾਈਂਡ ਆਫ ਐਕਸਪੈਂਸਿਸ। ਹਾਂ, ਕਈ ਵਾਰ ਦੇਖਦੇ ਹਾਂ ਜੀ ਲੋ ਹੈ ਔਰ ਕਈ ਵਾਰ ਐਕਸਟ੍ਰੀਮ ਹਾਈ ਹੈ। ਐਕਸਟ੍ਰੀਮ ਹਾਈ ਦੇ ਉੱਤੇ ਦੀਪਕ ਜੀ ਪ੍ਰੋਬਲਮ ਇਹ ਆਉਂਦੀ ਹੈ ਕਿ ਸਟੂਡੈਂਟ ਨੇ ਜੀ 60-70 ਲੱਖ ਰੁਪਈਆ ਦਿਖਾਤਾ, ਨਾਲ ਇਮੂਵੇਬਲ ਐਸੈਟਸ ਦਿਖਾਤੇ ਔਰ ਪ੍ਰੋਗਰਾਮ ਇੱਦਾਂ ਦਾ ਲਿਆ ਜਿਹੜਾ ਕਿ ਜੌਬ ਮਾਰਕੀਟ ਵੈਲਿਊ ਦੇ ਅਕੋਰਡਿੰਗਲੀ ਬਹੁਤ ਲੋ ਹੈ। ਸੋ ਦੇਅਰ ਯੂ ਆਰ ਡਿਫਾਈਨਿੰਗ ਕਿ ਮੇਰੇ ਕੋਲ ਸਫੀਸ਼ੀਐਂਟ, ਮੋਰ ਦੈਨ ਸਫੀਸ਼ੀਐਂਟ ਇਨਕਮ ਸੋਰਸਿਸ ਹੈਗੇ ਆ। ਇਫ ਆਈ ਸਮਹਾਓ ਐਂਟਰ ਇਨਟੂ ਕੈਨੇਡਾ, ਸੋ ਦਿਸ ਵਿਲ ਨਾਟ ਬੀ ਮਾਈ ਰੀਜ਼ਨ ਆਫ ਕਮਿੰਗ ਬੈਕ ਟੂ ਮਾਈ ਹੋਮ ਕੰਟਰੀ। ਇਹ ਖਾਸ ਤੌਰ 'ਤੇ ਜਦੋਂ ਰਿਫਿਊਜ਼ਲ ਆਉਂਦਾ ਹੈ ਤਾਂ ਉਹਦੇ ਵਿੱਚ ਇਹ ਐਕਸਟ੍ਰੀਮ ਹਾਈ ਜਿਹੜੇ ਫਾਈਨੈਂਸ਼ੀਅਲਸ ਨੇ ਉਹ ਇੱਕ ਰੋਲ ਪਲੇ ਕਰਦੇ ਨੇ। ਸੋ ਉਹਦੇ ਅਕੋਰਡਿੰਗਲੀ ਫੀਸ ਸਟਰਕਚਰਸ, ਹੁਣ ਫੀਸ ਪ੍ਰੋਗਰਾਮ ਤੁਸੀਂ ਲੈ ਰਹੇ ਹੋ ਜੀ ਜਿਹਦਾ ਸਾਲ ਦੀ ਫੀਸ $12,000 ਹੈ ਔਰ 60 ਲੱਖ ਰੁਪਈਆ ਦਿਖਾ ਰਹੇ ਹੋ, ਸੋ ਇੱਥੇ ਉਹ ਗਲਤੀ ਹੋ ਰਹੀ ਹੈ। ਜਾਂ ਤੁਹਾਡੇ ਫੀਸ ਸਟਰਕਚਰਸ $30,000 $35,000 ਤੱਕ ਜਾ ਰਹੇ ਨੇ, ਦੇਅਰ ਯੂ ਕੈਨ ਸਫੀਸ਼ੀਐਂਟਲੀ ਪ੍ਰੋਡਿਊਸ ਕਰ ਸਕਦੇ ਹੋ ਕਿ ਐਕਸਟ੍ਰੀਮ ਹਾਈ ਫੰਡਸ ਉੱਥੇ ਰਿਲਾਇਬਲ ਨੇ ਔਰ ਉਹਦੇ ਨਾਲ ਕੰਟੈਂਟ ਨਾਲ ਮੈਚ ਕਰਦੇ ਨੇ। ਸੋ ਫੰਡਸ ਪੁਰਾਣੇ ਵੀ ਕਿਸੇ ਪਾਰਟਿਕੂਲਰ ਸਟੇਜ ਤੱਕ ਹੋਣੇ ਚਾਹੀਦੇ ਨੇ? ਨਹੀਂ ਦੀਪਕ ਜੀ, ਐਸਾ ਕੁਝ ਨਹੀਂ ਹੈ। ਦੇਰ ਇਜ਼ ਨੋ ਸੱਚ ਕਾਈਂਡ ਆਫ ਅ ਸਿਚੁਏਸ਼ਨ ਕਿ ਨਵੇਂ ਪੁਰਾਣੇ ਦਾ ਕੀ ਹੈ। ਰੈਗੂਲਰ ਔਰ ਜੈਨੂਅਨ ਫੰਡਸ ਜਿਹੜੇ ਉਹ ਤੁਹਾਡੇ ਹੋਣੇ ਚਾਹੀਦੇ। ਸੋ ਲਾਸਟ ਤੇ ਕਿੰਨੇ ਹੋਣੇ ਚਾਹੀਦੇ ਨੇ? ਮੈਂ ਦੱਸਿਆ ਦੀਪਕ ਜੀ, 1 ਸਾਲ ਦੀ ਫੀਸ ਨੂੰ ਬਰਾਬਰ ਕਰਦੇ ਹੋਣ ਔਰ 1 ਸਾਲ ਦੀ ਲਿਵਿੰਗ ਦੇ ਅਕੋਰਡਿੰਗਲੀ ਤੁਸੀਂ ਇਨਕਮ ਸੋਰਸਿਸ ਦਿਖਾ ਸਕਦੇ ਹੋ। ਸੋ SDS ਨੂੰ ਕੋਈ ਹਰਜ ਨਹੀਂ ਫੰਡਸ ਦਿਖਾਉਣ? ਨਹੀਂ, ਕੋਈ ਹਰਜ ਨਹੀਂ। ਬੈਟਰ ਹੈ ਕਿ ਉਹ ਨਾਲ ਪ੍ਰੋਡਿਊਸ ਕੀਤੇ ਜਾਣ ਤਾਂ ਇਟਸ ਇਨ ਯੂਰ ਫੇਵਰ। ਸੋ ਕੋਈ ਵੀ ਸਵਾਲ ਹੈ ਜੀ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।